ਹੈਲੋ ਸਟੂਡੈਂਟ ਐਕਸਰਸਾਈਜ਼ 7.6 ਅੱਜ ਆਪਾਂ ਸਟਾਰਟ ਕਰਾਂਗੇ 7.6 ਐਕਸਰਸਾਈਜ਼ ਦੇ ਵਿੱਚ ਆਪਾਂ ਕੰਪਾਊਂਡ ਇੰਟਰਸਟ ਬਾਰੇ ਜਾਣਨਾ ਹੈ। ਇਸ ਤੋਂ ਪਹਿਲਾਂ ਜਿਹੜੀ ਐਕਸਰਸਾਈਜ਼ ਲਾਸਟ ਆਪਾਂ ਕੰਪਲੀਟ ਕਰੀ ਸੀ ਉਹ ਸੀਗੀ 7.5 ਜਿਹਦੇ ਵਿੱਚ ਆਪਾਂ ਸਿੰਪਲ ਇੰਟਰਸਟ ਪੜ੍ਹਿਆ ਸੀ। ਸਿੰਪਲ ਇੰਟਰਸਟ ਦਾ ਬੱਚੇ ਫਾਰਮੂਲਾ ਤੁਹਾਨੂੰ ਯਾਦ ਹੋਏਗਾ। ਸਿੰਪਲ ਇੰਟਰਸਟ ਦਾ ਫਾਰਮੂਲਾ ਕੀ ਸੀ? PRT/100। ਹੁਣ ਅੱਜ ਆਪਾਂ ਪੜ੍ਹਨਾ ਹੈ ਕੰਪਾਊਂਡ ਇੰਟਰਸਟ। ਵਿਆਜ ਦੋ ਤਰੀਕੇ ਨਾਲ ਹੁੰਦੇ ਨੇ, ਇੱਕ ਸਿੰਪਲ ਇੰਟਰਸਟ ਹੁੰਦਾ, ਦੂਜਾ ਕਿਹੜਾ ਹੁੰਦਾ? ਕੰਪਾਊਂਡ ਇੰਟਰਸਟ ਜਿਹੜਾ ਲਿਖਿਆ ਹੋਇਆ। ਸਿੰਪਲ ਇੰਟਰਸਟ ਤੇ ਕੰਪਾਊਂਡ ਇੰਟਰਸਟ ਦੇ ਫਰਕ ਕੀ ਹੈ? ਸਿੰਪਲ ਇੰਟਰਸਟ ਕੀ ਹੁੰਦਾ? ਸੇਮ ਪ੍ਰਿੰਸੀਪਲ ਦੇ ਉੱਤੇ ਹਰ ਸਾਲ ਜੋ ਸਾਨੂੰ ਇੰਟਰਸਟ ਮਿਲਦਾ ਉਹ ਸੇਮ ਪ੍ਰਿੰਸੀਪਲ ਦੇ ਉੱਤੇ ਇੰਟਰਸਟ ਮਿਲਦਾ। ਜੇ ਮੰਨ ਲਓ 100 ਰੁਪਇਆ ਮੈਂ ਪ੍ਰਿੰਸੀਪਲ ਕਿਸੇ ਨੂੰ ਉਧਾਰ ਦਿੱਤਾ ਤਾਂ ਹਰ ਸਾਲ ਜੋ ਮੈਨੂੰ ਵਿਆਜ ਮਿਲੂਗਾ ਤਾਂ ਇਹਦੇ 100 ਰੁਪਏ ਦੇ ਉੱਤੇ ਹੀ ਮਿਲੇਗਾ। ਲੇਕਿਨ ਕੰਪਾਊਂਡ ਇੰਟਰਸਟ ਦਾ ਮਤਲਬ ਹੁੰਦਾ ਸਾਨੂੰ ਵਿਆਜ ਦੇ ਉੱਤੇ ਵੀ ਵਿਆਜ ਮਿਲਦਾ। ਮੰਨ ਲਓ 100 ਰੁਪਏ ਕਿਸੇ ਨੂੰ ਮੈਂ ਦਿੱਤਾ 10% ਦੇ ਉੱਤੇ, ਠੀਕ ਹੈ ਜੀ, ਤਾਂ ਪਹਿਲੇ ਸਾਲ ਅਗਰ ਮੈਨੂੰ 10 ਰੁਪਏ ਵਿਆਜ ਮਿਲਿਆ ਤਾਂ ਅਗਲੇ ਸਾਲ ਮੈਨੂੰ ਇਸ 10 ਰੁਪਏ ਦੇ ਉੱਤੇ ਵੀ ਵਿਆਜ ਮਿਲੇਗਾ। ਤਾਂ ਇੰਨੀ ਤੁਸੀਂ ਟੈਨਸ਼ਨ ਨਹੀਂ ਲੈਣੀ। ਫਿਲਹਾਲ ਮੈਂ ਤੁਹਾਨੂੰ ਕੁਐਸਚਨ ਨਾਲ ਸਾਰੀ ਚੀਜ਼ਾਂ ਐਕਸਪਲੇਨ ਕਰਨ ਜਾ ਰਿਹਾ ਕਿ ਕੀ ਚੀਜ਼ ਹੈ। ਫਿਲਹਾਲ ਬਸ ਇੰਨਾ ਦਿਮਾਗ 'ਚ ਤੁਸੀਂ ਰੱਖਣਾ ਹੈ ਕਿ ਕੰਪਾਊਂਡ ਇੰਟਰਸਟ ਜਿਹੜਾ ਹੁੰਦਾ ਉਹਦਾ ਮਤਲਬ ਕੀ ਹੁੰਦਾ? ਸਾਨੂੰ ਵਿਆਜ ਇੰਟਰਸਟ ਦੇ ਉੱਪਰ ਵੀ ਕੀ ਮਿਲਦਾ? ਹਰ ਸਾਲ ਇੰਟਰਸਟ ਮਿਲਦਾ। ਸਿੰਪਲ ਇੰਟਰਸਟ ਦਾ ਮਤਲਬ ਹੁੰਦਾ ਸਿਰਫ ਪ੍ਰਿੰਸੀਪਲ ਦੇ ਉੱਪਰ ਸਾਨੂੰ ਕੀ ਮਿਲਦਾ? ਇੰਟਰਸਟ ਮਿਲਦਾ। ਇੰਨੀ ਗੱਲ ਕਲੀਅਰ ਹੋ ਜੂਗੀ ਬਸ। ਸਿੰਪਲ ਇੰਟਰਸਟ ਪ੍ਰਿੰਸੀਪਲ ਦੇ ਉੱਪਰ ਇੰਟਰਸਟ ਮਿਲਦਾ। ਕੰਪਾਊਂਡ ਇੰਟਰਸਟ ਪ੍ਰਿੰਸੀਪਲ ਦੇ ਨਾਲ ਜੋ ਇੰਟਰਸਟ ਜੁੜ ਜਾਂਦਾ ਹਰ ਸਾਲ ਉਹਦੇ ਉੱਤੇ ਵੀ ਸਾਨੂੰ ਵਿਆਜ ਮਿਲਦਾ ਹੈ। ਹੁਣ ਕੰਪਾਊਂਡ ਇੰਟਰਸਟ ਦਾ ਬੱਚਾ ਸਾਡੇ ਕੋਲ ਫਾਰਮੂਲਾ ਕੀ ਹੁੰਦਾ? ਕੰਪਾਊਂਡ ਇੰਟਰਸਟ ਦੇ ਵਿੱਚ ਆਪਾਂ ਅਮਾਊਂਟ ਫਾਈਂਡ ਕਰਦੇ ਹਾਂ। ਅਮਾਊਂਟ ਦਾ ਫਾਰਮੂਲਾ ਹੋਏਗਾ ਸਾਡੇ ਕੋਲ 1p + 1/r/100 ਦੀ ਪਾਵਰ t। ਲਾਸਟ ਆਪਾਂ SI ਦੇ ਵਿੱਚ ਫਾਰਮੂਲਾ ਪੜਿਆ ਸੀ। SI 'ਚ ਆਪਾਂ ਪਹਿਲਾਂ ਸਿੰਪਲ ਇੰਟਰਸਟ ਕਰਦੇ ਸੀ PRT/100। ਉਸ ਤੋਂ ਬਾਅਦ ਆਪਾਂ ਅਮਾਊਂਟ ਫਾਈਂਡ ਕਰਦੇ ਸੀ। ਅਮਾਊਂਟ ਦਾ ਫਾਰਮੂਲਾ ਕੀ ਹੁੰਦਾ ਸੀ? ਪ੍ਰਿੰਸੀਪਲ ਪਲੱਸ ਸਿੰਪਲ ਇੰਟਰਸਟ। ਇਹਦੇ ਵਿੱਚ ਕੰਪਾਊਂਡ ਇੰਟਰਸਟ ਦੇ ਵਿੱਚ ਆਪਾਂ ਪਹਿਲਾਂ ਕੀ ਫਾਈਂਡ ਕਰਾਂਗੇ? ਅਮਾਊਂਟ, ਕਿਉਂਕਿ ਸਾਡੇ ਕੋਲ ਪਹਿਲਾਂ ਅਮਾਊਂਟ ਦਾ ਫਾਰਮੂਲਾ ਆਏਗਾ। ਅਮਾਊਂਟ ਦਾ ਫਾਰਮੂਲਾ ਕੀ ਹੁੰਦਾ? ਪ੍ਰਿੰਸੀਪਲ 1 + r/100 ਦੀ ਪਾਵਰ t। ਉਸ ਤੋਂ ਬਾਅਦ ਅਮਾਊਂਟ ਦਾ ਫਾਰਮੂਲਾ ਸੇਮ ਹੁੰਦਾ, ਪ੍ਰਿੰਸੀਪਲ ਪਲੱਸ ਇੱਥੇ ਸਿੰਪਲ ਇੰਟਰਸਟ ਸੀ, ਇੱਥੇ ਕੀ ਆ ਜਾਏਗਾ? ਕੰਪਾਊਂਡ ਇੰਟਰਸਟ। ਆ ਦੋ ਫਾਰਮੂਲੇ ਹੁਣ ਤੁਸੀਂ ਯਾਦ ਰੱਖਣੇ ਨੇ। ਪਹਿਲਾ ਫਾਰਮੂਲਾ ਅਮਾਊਂਟ ਦਾ ਇਨ ਕੇਸ ਆਫ ਕੰਪਾਊਂਡ ਇੰਟਰਸਟ ਦੈਟ ਇਜ਼ ਪ੍ਰਿੰਸੀਪਲ 1 + r/100 ਦੀ ਪਾਵਰ ਕਿੰਨੀ? t। p ਦਾ ਮਤਲਬ ਪ੍ਰਿੰਸੀਪਲ ਹੋ ਜਾਏਗਾ, r ਦਾ ਮਤਲਬ ਰੇਟ ਆਫ ਇੰਟਰਸਟ, t ਦਾ ਮਤਲਬ ਟਾਈਮ, ਠੀਕ ਹੈ ਜੀ। ਉਸ ਤੋਂ ਬਾਅਦ ਅਮਾਊਂਟ ਦਾ ਇੱਕ ਹੋਰ ਫਾਰਮੂਲਾ ਦੈਟ ਇਜ਼ ਪ੍ਰਿੰਸੀਪਲ ਪਲੱਸ ਕੰਪਾਊਂਡ ਇੰਟਰਸਟ। ਉੱਥੇ ਸਿੰਪਲ ਇੰਟਰਸਟ ਸੀ, ਇੱਥੇ ਕਿੰਨਾ ਆ ਜਾਏਗਾ? ਕੰਪਾਊਂਡ ਇੰਟਰਸਟ। ਹੁਣ ਜੇ ਮੈਨੂੰ ਇੰਟਰਸਟ ਫਾਈਂਡ ਕਰਨਾ ਹੋਗਾ ਕੰਪਾਊਂਡ ਇੰਟਰਸਟ ਤਾਂ ਪ੍ਰਿੰਸੀਪਲ ਇੱਧਰ ਆ ਕੇ ਕੀ ਹੋ ਜਾਊਗਾ? ਮਾਈਨਸ, ਯਾਨੀ ਕੀ ਹੋਊਗਾ? ਅਮਾਊਂਟ। ਕੰਪਾਊਂਡ ਇੰਟਰਸਟ ਦਾ ਫਾਰਮੂਲਾ ਕੀ ਹੋ ਜਾਊਗਾ? ਅਮਾਊਂਟ ਮਾਈਨਸ ਦੇ ਵਿੱਚ ਪ੍ਰਿੰਸੀਪਲ, ਠੀਕ ਹੈ ਜੀ। ਕੁਐਸਚਨ ਸਟਾਰਟ ਕਰਨ ਤੋਂ ਪਹਿਲਾਂ ਆਪਣੀ ਐਕਸਰਸਾਈਜ਼ ਦੇ ਵਿੱਚ ਆ ਤਿੰਨੇ ਦੇ ਚਿੰਨੇ ਚੀਜ਼ਾਂ, ਠੀਕ ਹੈ ਜੀ, ਨੋਟ ਕਰਕੇ ਰੱਖ ਲੈਣਾ। ਹੁਣ ਆਪਾਂ ਐਕਸਰਸਾਈਜ਼ ਦੇ ਕੁਐਸਚਨ ਸਟਾਰਟ ਕਰਾਂਗੇ, ਫਿਰ ਤੁਹਾਨੂੰ ਹੋਰ ਚੀਜ਼ਾਂ ਕਲੀਅਰ ਹੋ ਜਾਣਗੀਆਂ। ਪਹਿਲਾ ਕੁਐਸਚਨ ਹੈ the compound interest on ₹14,000, ਠੀਕ ਹੈ ਜੀ। ਹੁਣ ਸਾਨੂੰ ਪ੍ਰਿੰਸੀਪਲ ਦਿੱਤਾ ਹੋਇਆ P ਕਿੰਨਾ? ₹14,000 for 2 year। ਟਾਈਮ ਕਿੰਨਾ ਦਿੱਤਾ ਹੈ ਪਿਆਰੇ ਬੱਚੋ? 2 years। ਲਿਖ ਲਿਆ। ਜੋ ਚੀਜ਼ਾਂ ਗਿਵਨ ਹੋਣਗੀਆਂ ਸਭ ਤੋਂ ਪਹਿਲਾਂ ਕੁਐਸਚਨ 'ਚ ਉਹੀ ਮੈਂਸ਼ਨ ਕਰਾਂਗੇ। ਐਟ 10%, ਰੇਟ ਕਿੰਨਾ ਦਿੱਤਾ ਹੈ ਸਾਨੂੰ? 10%। फाइंड द कंपाउंड इंटरस्ट। ਆਪਾਂ ਕੀ फाइंड करना है? कंपाउंड इंटरस्ट फाइंड करना है। कंपाउंड इंटरस्ट का मतलब ਅਸੀਂ CI फाइंड करना। ਤਾਂ ਇਹਦੇ ਵਿੱਚ ਕੰਪਾਊਂਡ ਇੰਟਰਸਟ ਵਾਲੇ ਕੁਐਸਚਨ 'ਚ ਆਪਾਂ ਡਾਇਰੈਕਟ ਕਦੇ CI ਨਹੀਂ फाइंड ਕਰਦੇ। ਆਪਾਂ ਸਭ ਤੋਂ ਪਹਿਲਾਂ ਕੀ फाइंड ਕਰਦੇ ਹਾਂ? ਅਮਾਊਂਟ फाइंड ਕਰਦੇ ਹਾਂ। ਹੁਣ ਇਹ ਫਾਰਮੂਲਾ ਲਿਖਾਇਆ ਅਮਾਊਂਟ ਦਾ ਕੀ ਹੁੰਦਾ? 1 + r/100 ਦੀ ਹੋਲ ਪਾਵਰ ਕਿੰਨੀ ਆ ਜਾਏਗੀ? t। ਕਲੀਅਰ। ਤਾਂ ਇੱਥੇ ਵੈਲਿਊ ਸਬਸਟੀਟਿਊਟ ਕਰਾਂਗੇ। a = ਪ੍ਰਿੰਸੀਪਲ ਸਾਨੂੰ ਕਿੰਨਾ ਦਿੱਤਾ ਹੋਇਆ? 14,000 = 1। ਰੇਟ ਆਫ ਇੰਟਰਸਟ ਸਾਨੂੰ ਬੱਚੇ ਕਿੰਨਾ ਗਿਵਨ ਸੀ? 10। ਇੱਥੇ ਆ ਜਾਏਗਾ 10/100। टाइम कितने साल? 2 साल वाली। कैलकुलेशन करोगे 14,000 ਇਹਦੇ ਨਾਲ 0 ਨਾਲ 0 ਥੋੜੀ ਕੱਟੀ ਜਾਏਗੀ ਤਾਂ ਇੱਥੇ ਬਚਿਆ ਕਿੰਨਾ? 1 + 1/10 ਦਾ ਸਕੁਅਰ। 14,000 ਹੁਣ ਅੰਦਰ 1 ਲੈ ਕੇ ਐਲਸੀਐਮ ਸੋਲਵ ਕਰ ਲਵਾਂਗੇ, ਕਿੰਨਾ ਆ ਜਾਏਗਾ? ਇੱਥੇ 10, ਇੱਥੇ ਕਿੰਨਾ ਆ ਜਾਏਗਾ? 10 + 1 ਦਾ ਸਕੁਅਰ। 14,000 10 + 1 ਕਿੰਨਾ ਆ ਜਾਏਗਾ ਬੱਚੇ ਸਾਡੇ ਕੋਲ? ਇੱਥੇ 11/10 ਦਾ ਹੋਲ ਸਕੁਅਰ, ਠੀਕ ਹੈ ਜੀ। ਇਸ ਤੋਂ ਬਾਅਦ ਇੱਥੇ ਜਗ੍ਹਾ ਹਾਲੇ ਖਾਲੀ ਪਈ ਹੈ ਸਕਰੀਨ ਦੇ ਉੱਤੇ, ਇੱਥੇ ਹੀ ਸੋਲਵ ਕਰ ਲੈਂਦੇ ਹਾਂ। a = 14,000। ਹੁਣ ਦੇਖੋ ਸਕੁਅਰ ਦਾ ਮਤਲਬ ਕੀ ਹੁੰਦਾ? ਆਪਾਂ ਨੂੰ ਦੋ ਵਾਰ ਮਲਟੀਪਲਾਈ ਕਰਕੇ ਲਿਖ ਸਕਦੇ ਹਾਂ। 11 × 10 × 11/10। 0 ਨਾਲ 0 ਆ ਦੋ 0 ਕੀ ਹੋ ਜਾਣਗੀਆਂ? ਕੈਂਸਲ ਹੋ ਜਾਣਗੀਆਂ। ਮਲਟੀਪਲਾਈ ਕਰਾਓਗੇ ਬੱਚੇ 11 × 11 ਸਾਡੇ ਕੋਲ ਕਿੰਨਾ ਹੋ ਜਾਂਦਾ? 121। 121 ਨੂੰ ਕਿਹਦੇ ਨਾਲ ਮਲਟੀਪਲਾਈ ਕਰਾਉਣਾ ਆਪਾਂ? 140 ਨਾਲ। ਤਾਂ ਮਲਟੀਪਲਾਈ ਕਰਾਓਗੇ ਬੱਚੇ 140 ਮਲਟੀਪਲਾਈ ਬਾय 121 ਤਾਂ ਸਾਡੇ ਕੋਲ ਇੱਥੋਂ ਆ ਜਾਏਗਾ ਮਲਟੀਪਲਾਈ ਕਰਕੇ
16,940 मल्टीप्लाई कर लेना, कितना आएगा 16,940 रुपये। यानी कि जो 14,000 रुपये अमाउंट सी 2 साल बाद सानू कितना पे करना पएगा 16,940 रुपये। ठीक है जी। उन्हें मेरे तो पूछा सी क्वेश्चन के कंपाउंड इंटरस्ट, आप थले अमाउंट फाइंड की है, आप फाइंड करना सी कि कंपाउंड इंटरस्ट। तो मैं तुहानू फॉर्मूला लिखाया कंपाउंड इंटरस्ट का की हुंदा अमाउंट माइनस प्रिंसीपल। की हो जाएगा बच्चे अमाउंट माइनस प्रिंसीपल। अमाउंट आप कितनी फाइंड की है 16,940 माइनस करो प्रिंसीपल, प्रिंसीपल कितना साढ़े को 14,000 माइनस करके थोड़े को कितनी वैल्यू आ जाएगी 2,940। यानी सानू को जो ब्याज मिलया वो कितना मिलया 2,940 रुपये का की मिलेगा इंटरस्ट मिलेगा। होप थोड़ा क्वेश्चन हो गया होगा क्लियर। मूव कर रहे हैं सेकंड क्वेश्चन वाल। सेकंड क्वेश्चन है फाइंड द कंपाउंड, सेम कंपाउंड इंटरस्ट फाइंड करना है ऑन ₹1000, प्रिंसिपल 1000, टाइम है 3 ईयर, रेट है 20%। तो प्रिंसिपल है साढ़े को कितना 1000 रुपये, टाइम है 3 ईयर्स, टाइम आ जाएगा कितना 3 साल, तो रेट सानू कितना गिवन सी 20%। फाइंड करना आप कंपाउंड इंटरस्ट। सिमिलरली पहला आप सिर्फ अमाउंट फाइंड करांगे, अमाउंट का फॉर्मूला P1 + R/100 की पावर कितनी आ जाएगी 2 आ जाएगी। चेक कर ली रिकॉर्डिंग के कोई इशू नहीं है, ठीक है रिकॉर्डिंग हो रही है, गुड। ठीक है जी। वैल्यू सब्सटीट्यूट करोगे बच्चे, P की वैल्यू कितनी आ जाएगी 1000 + 1 रेट दिता है 20/100 द सॉरी इतने टाइम है, इतने T लिखियो, ठीक है फॉर्मे टाइम कितना दिता है 3 ईयर, इतने कितना आ जाएगा 3 आ जाएगा। सॉल्व करोगे 1000 0 नाल 0 कट्टी जाएगी, 2 के टेबल से कटोगे कितना आ जाएगा 5 आ जाएगा, बचेगा 1/1 + 5 द क्यूब 1000। एल्सियम लोगे बच्चे इतने कितना आ जाएगा तुहाडे कोल 6 5 + 1 इतने कितना आ जाएगा 5 + 1/5 द होल स्क्वायर। 1000 5 + 1 कितना आ जाएगा बच्चे 6/5 द स्क्वायर। फर्दर कैलकुलेशन करोगे 1000 टाइम 3 ईयर सीगा, इन्हों चेक सही कर लेना बच्चे, ठीक है जी। तो कितना आ जाएगा 6/5 × 6/5 × 6/5, ठीक है जी। ऐसा कोई इशू नहीं होएगा थानू। चलो फर्दर 5 के टेबल के बच्चे 10 कटोगे कितना आ जाएगा 2 से, यानी इतने आ जाएगा 200। 5 के टेबल से 20 कटोगे 4 से, यानी आ जाएगा 40। 5 के टेबल से 14 कटोगे कितना आ जाएगा 8 आ जाएगा। क्लियर हो गया। हम मल्टीप्लाई करते हैं 6 6 दा 36 36 6 दा 216 216 नू मल्टीप्लाई करना आप कितने नाल 8 नाल कितना आ जाएगा 48 4 कैरी 8 12 1 कैरी 16 ते 1 17, यानी कि साढ़े को जो अमाउंट निकल के आई वो कितनी आई 1728 रुपये। ठीक है जी। 1000 रुपया अगर तुसी लिया है 3 साल ही 20% से तो 1728 रुपये तुहानू देने पैणगे। तो कंपाउंड इंटरस्ट किवें फाइंड करोगे अमाउंट माइनस प्रिंसीपल। अमाउंट कितनी 1728, प्रिंसीपल कितना 1000 का, तो साढ़े को जो कंपाउंड इंटरस्ट निकल के आएगा वो कितना आएगा 728 रुपये, यानी 728 रुपये का की लग गया सानू ब्याज लग गया। होप इन्नी गल थानू होगी क्लीयर। मूव करते हैं आप अपने नैक्सट क्वेश्चन वाल। इस तो बाद साढ़े को MCQs ने, MCQ बच्चे कर लेने हमने कंप्लीट आप सारे। जस्ट 1 सेकेंड, थोड़ी जी स्क्रीन आप क्लीयर कर ली है ना। चलो स्टार्ट करते हैं। मल्टीपल चॉइस क्वेश्चन SI सिंपल इंटरस्ट का फॉर्मूला आप पिछली एक्सरसाइज पढ़ के आए हैं, की होंगे PRT/100। तो क्या ऑप्शन आ जाएगा ऑप्शन B आ जाएगा ਇਹਦਾ। अगला सिंपल इंटरस्ट ऑन 2000 फॉर 1 ईयर 10% के उत्ते, तो सिंपल इंटरस्ट का फॉर्मूला लगा देंगे आप की सीगा हो PRT/100। हम कितना रुपये लिया उन्हें 2000 रुपये प्रिंसीपल ते रेट किने ते 10% ते टाइम कितना 1 कैलकुलेट कर दो तो आज 2 0 कट्टी जाएगी कितना आ जाएगा 200। तो यदा भी ऑप्शन कितना आ जाएगा B। कंपाउंड इंटरस्ट का फॉर्मूला आप बहुत यूज़ कर लिया हमने। कंपाउंड इंटरस्ट का फॉर्मूला देखो उन्हें लिखा होंगे की होंगे अमाउंट माइनस प्रिंसीपल, आ है प्रिंसीपल, तो कितने प्रिंसीपल आ रहा प्रिंसीपल। तो ऑप्शन D ਇਹਦਾ करैक्ट ऑप्शन हो जाएगा। फॉर्मूला फॉर कैलकुलेटिंग अमाउंट वैन कंपाउंडेड एनुअली। अमाउंट फाइंड करने का फॉर्मूला की सीगा P = 1 + R/100 की पावर T। ठीक है जी। अगला आ जाओ। इन केस ऑफ सिंपल इंटरस्ट कंपाउंड इंटरस्ट फॉर द पीरियड मोर दैन 1 ईयर। देखो हम एक गल याद रखना,
ਸਿੰਪਲ ਇੰਟਰਸਟ ਕੰਪਾਊਂਡ ਇੰਟਰਸਟ ਪਹਿਲੇ ਸਾਲ ਲਈ ਤਾਂ ਹਮੇਸ਼ਾ ਕੀ ਹੁੰਦੇ ਨੇ ਬਰਾਬਰ। ਫਸਟ ਈਅਰ ਲਈ ਸਿੰਪਲ ਇੰਟਰਸਟ ਕੰਪਾਊਂਡ ਇੰਟਰਸਟ ਦੋਨੋਂ ਆਪਸ 'ਚ ਕੀ ਹੁੰਦੇ ਨੇ ਬਰਾਬਰ ਹੁੰਦੇ ਨੇ। ਲੇਕਿਨ ਇਸ ਤੋਂ ਨੈਕਸਟ ਈਅਰ ਦੀ ਗੱਲ ਕਰਾਂ 2 ਜਾਂ 2 ਤੋਂ ਜ਼ਿਆਦਾ ਸਾਲ ਲਈ ਕੰਪਾਊਂਡ ਇੰਟਰਸਟ ਹਮੇਸ਼ਾ ਬੜਾ ਹੁੰਦਾ ਕਿਤੋਂ ਸਿੰਪਲ ਇੰਟਰਸਟ ਤੋਂ। ਕੰਪਾਊਂਡ ਇੰਟਰਸਟ ਹਮੇਸ਼ਾ ਜ਼ਿਆਦਾ ਹੋਊਗਾ ਕਿਤੋਂ ਸਿੰਪਲ ਇੰਟਰਸਟ ਤੋਂ। ਦੇਖੋ ਕਿਹੜਾ ਆਪਸ਼ਨ ਆ ਗਿਆ ਆਪਸ਼ਨ ਬੀ। ਇੱਥੇ ਆਪਸ਼ਨ ਏ ਦੋਨੋਂ ਹੀ ਸਹੀ ਨੇ। ਦੇਖੋ ਕੰਪਾਊਂਡਰ ਇੱਥੇ ਵੀ ਬੜਾ ਦਿਖਾਇਆ ਇੱਥੇ ਵੀ ਬੜਾ ਦਿਖਾਇਆ। ਬਾਈ ਚਾਂਸ ਇਹਨਾਂ ਤੋਂ ਗਲਤੀ ਹੋ ਗਈ ਹੈ ਤਾਂ ਪੇਪਰ 'ਚ ਧਿਆਨ ਰੱਖ ਲੈਣਾ ਇਹਨੂੰ ਇੱਦਾਂ ਦਿਖਾਉਣਾ ਚਾਹੀਦਾ ਸੀ ਤਾਂ ਇਹ ਗਲਤ ਹੋ ਜਾਏਗਾ। ਕੰਪਾਊਂਡ ਇੰਟਰਸਟ ਗ੍ਰੇਟਰ ਦੈਨ ਐਸ ਆਈ ਇਹ ਕੀ ਹੋਏਗਾ ਇਹਦਾ ਕਰੈਕਟ ਆਂਸਰ ਹੋ ਜਾਏਗਾ। ਇੱਥੇ ਸਾਡੇ ਕੋਲ 7.6 ਐਕਸਰਸਾਈਜ਼ ਕੰਪਲੀਟ ਹੋ ਚੁੱਕੀ ਹੈ ਠੀਕ ਹੈ ਜੀ। ਇਸ ਤੋਂ ਬਾਅਦ ਆਪਾਂ 7.7 ਸਟਾਰਟ ਕਰਾਂਗੇ। ਤਦ ਤੱਕ ਇਸ ਐਕਸਰਸਾਈਜ਼ ਨੂੰ ਕੰਪਲੀਟ ਕਰੋ। ਮਿਲਦੇ ਹਾਂ ਨੈਕਸਟ ਪਾਰਟ ਦੇ ਵਿੱਚ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।